बोलो जयकारा बोल मेरे श्री गुरु महाराज की जय। बोले श्री नंगली निवासी भगवान की जय। बोलिए सांचे दरबार की जय। कादिया में मोनू भक्त, प्रिया बहन और उनके मम्मी पापा आदरणीय श्री गुरु महाराज जी के श्री नाते के चाचा जी लगते हैं, जो कादिया में इस वक्त रहते हैं। तो मोनू जी के जन्मदिन पर उन्हीं के निवास स्थान पर श्री गुरु महाराज जी और हम सब संतों का जाना हुआ, वहाँ सब परिवार ने गुरु महाराज जी को चरणों में, श्री चरणों में पुष्प अर्पण किए और दंडवत प्रणाम करके गुरु महाराज जी का स्वागत किया। और श्री गुरु महाराज जी धीरे धीरे बातें करते हुए और सीढ़ियाँ चढ़ रहे हैं। कहा जाता है गुरुओं का आगमन ईश्वर की कृपा का प्रतीक है। श्री गुरु महाराज जी का आगमन ईश्वर का प्रतीक है। उनके चरणों में, उनके चरण पड़ते ही घर में धन धान्य हो जाता है। श्री गुरु महाराज जी के चरण पड़ते ही घर धन धन्य हो जाता है। बहुत शुभ घड़ी। बोल मेरे श्री गुरु महाराज की जय। बोलो श्री नंगली निवासी भगवान की जय। बोलो सांचे दरबार की जय। जिन्हें जिन्हें शब्द सुनाई दे चरण गुरु दे पूजो प्रेमियों के चरण गुरा दे। पूजो प्रेमियों के चरण गुरा दे। पूजो प्रेमियों के चरण गुरा दे। चरण गुरा दे आके चरण गुरा दे। चरण गुरा दे आके चरण गुरा दे। पूजो प्रेमियों आके चरण गुरा
कुंभ है, गड़गड़ खाड़े कोट, अंदर हाथ सहार के बाहर मारे। ਜਦੋਂ ਘੁਮਾਰ ਮਟਕਾ ਬਣਾਉਂਦਾ ਹੈ ਤੇ ਉਹਦੇ ਅੰਦਰ ਹੱਥ ਪਾਇਆ ਹੁੰਦਾ ਤੇ ਬਾਹਰੋਂ ਹਲਕੀ ਹਲਕੀ ਚੋਟ ਮਾਰ ਕੇ ਮਟਕਾ ਤਿਆਰ ਕਰਦਾ। ਹਲਕੀ ਚੋਟ ਇਸ ਲਈ ਰੱਖਦਾ ਕਿ ਮਟਕਾ ਨਾ ਟੁੱਟ ਜਾਏ। ਉਹੀ ਕੰਮ ਸਤਿਗੁਰੂ ਦਾ ਹੁੰਦਾ ਕਿ ਗੁਰੂ ਕੁਮਾਰ, ਉਹ ਕੁਮਾਰ ਹੋ ਗਿਆ ਗੁਰੂ। ਸਿਸ ਕੁੰਭ ਹੈ, ਸਿਸ ਨੂੰ ਤਿਆਰ ਕਰਨਾ। ਸਿਸ ਕੁੰਭ ਹੈ, ਗੜਗੜ ਕਾੜੇ ਕੋਟ, ਸਾਡੇ ਕੋਟ ਕੱਢਦੇ ਨੇ ਸਤਿਗੁਰੂ। ਅੰਦਰ ਹੱਥ ਸਹਾਰ ਕੇ ਬਾਹਰ ਮਾਰੇ। ਦੁਨੀਆ ਦੇ ਵਿੱਚ ਸਾਨੂੰ ਲਿਆਉਣ ਤੋਂ ਬਾਅਦ ਅਗਰ ਪੂਰਨ ਗੁਰੂ ਦੀ ਪ੍ਰਾਪਤੀ ਹੋ ਗਈ ਤਾਂ ਬਹੁਤ ਹੀ ਭਾਗਿਆਸ਼ਾਲੀ ਹੋ। ਕਿਉਂਕਿ ਗੁਰੂ ਦਾ ਕੰਮ ਇਹੀ ਹੈਗਾ ਕਿ ਪਾਤਰ ਤਿਆਰ ਕਰਨਾ। ਪਾਤਰ ਤਿਆਰ ਕਰਨ ਦੇ ਵਿੱਚ ਉਹਨੂੰ ਸਿਸ ਨੂੰ ਪੂਰਨ ਕਰਨ ਦੇ ਵਿੱਚ ਉਹ ਹੱਥੋਂ ਦਾ ਅੰਦਰ ਹੁੰਦਾ ਹੈ, ਬਾਹਰੋਂ ਹਲਕੀ ਹਲਕੀ। ਇਹ ਜਿਹੜੀ ਹਲਕੀ ਚੋਟ ਹੈਗੀ ਹੈ ਇਹ ਸੰਸਾਰੀ ਚੋਟ ਹੈ। ਸੰਸਾਰ 'ਚ ਰਹਿੰਦੇ ਹੋਏ ਸਾਨੂੰ ਸੁੱਖ ਔਰ ਦੁੱਖ ਦੀ ਅਨੁਭੂਤੀਆਂ ਕਰਾਉਂਦਾ ਹੋਇਆ। ਕਦੀ ਸੁੱਖ ਮਹਿਸੂਸ ਹੁੰਦਾ, ਕਦੀ ਦੁੱਖ ਵੀ ਆ ਗਿਆ, ਕਦੀ ਰੋਗ ਆ ਗਿਆ, ਕਦੀ ਕਸ਼ਟ ਆ ਗਿਆ, ਕਦੀ ਘਰ ਕੋਈ ਗੱਡੀ ਕਾਰ ਆ ਗਈ, ਸਕੂਟਰ ਆ ਗਿਆ, ਕੋਈ ਏਸੀ ਆ ਗਿਆ। ਇਹ ਵੀ ਸੁੱਖ ਔਰ ਦੁੱਖ ਦੇ ਵਿੱਚ ਚੱਲਦੇ ਚੱਲਦੇ ਸੰਸਾਰ 'ਚ ਰਹਿੰਦੇ ਹੋਏ ਹੀ ਅਸੀਂ ਪੂਰਨ ਹੋ ਸਕਦੇ। ਪੂਰਨ ਗੁਰੂ ਦੇ ਪੂਰਨ ਸਿਸ, ਪੂਰਾ ਗੁਰੂ ਅਰਾਧਿਆ ਪੂਰਾ ਜਾ ਕਾ ਨਾਮ। ਤੇ ਗੁਰੂ ਜਿੰਨਾ ਤਾਂ ਕੋਈ ਹੋਰ ਹੋ ਹੀ ਨਹੀਂ ਸਕਦਾ। ਜਿੱਦਾਂ ਤੁਸੀਂ ਘਰ ਦੇ ਵਿੱਚ ਕੱਪੜੇ, ਪਹਿਲੇ ਹੁਣ ਤੇ ਮਸ਼ੀਨਾਂ ਚੱਲ ਗਈਆਂ। ਪਹਿਲੇ ਕੀ ਹੁੰਦਾ ਸੀ, ਕੱਪੜੇ ਮੈਲੇ ਹੈਗੇ ਨੇ, ਸਵੇਰੇ ਨਹਾ ਧੋ ਕੇ ਸਾਰੇ ਚਲੇ ਗਏ ਨੇ ਦਫ਼ਤਰ, ਸਕੂਲ। ਤੇ ਜਿਹੜੀ ਗ੍ਰਹਿਣੀ ਹੈ, ਜਿਹੜੀ ਮਾਤਾ ਹੈ, ਜਿਹੜੀ ਭੈਣ ਹੈ, ਧੀਆਂ ਨੇ, ਉਹ ਕੱਪੜੇ ਧੋਣ ਬੈਠੀਆਂ ਨੇ। ਕੀ ਕਰਦੀਆਂ ਤੁਸੀਂ ਕਿ ਕੱਪੜੇ ਗਿੱਲੇ ਕਰਕੇ ਫਿਰ ਉਹਦੇ ਉੱਤੇ ਸਾਬਣ ਜਿਹੜਾ ਕਿ ਉਹ ਰਗੜਦੇ ਹੋ। ਜਦੋਂ ਸਾਬਣ ਰਗੜਦੇ ਹੋ ਤੇ ਉਹਦੀ ਜਿਹੜੀ ਕਾਲਕ ਹੁੰਦੀ ਹੈ, ਉਹਦੀ ਜਿਹੜੀ ਮੈਲ ਹੁੰਦੀ ਹੈ, ਫਿਰ ਤੁਸੀਂ ਉਹਨੂੰ ਨਿਚੋੜਦੇ ਹੋ। ਫਿਰ 2-3 ਵਾਰੀ ਪਾਣੀ ਪਾਉਂਦੇ ਹੋ, ਫਿਰ ਚੈੱਕ ਕਰਦੇ ਹੋ। ਤੁਸੀਂ ਚੈੱਕ ਵੀ ਕਰਦੇ ਹੋ ਸਾਫ਼ ਹੋਇਆ ਕਿ ਨਹੀਂ ਹੋਇਆ। ਇੱਕ ਵਾਰੀ ਸਾਬਣ ਤੇ ਲਾ ਫਿਰ ਚੰਗੀ ਤਰ੍ਹਾਂ ਧੋ ਕੇ ਤੇ ਜੋੜ ਕੇ ਤੇ ਹੁਣ ਕੀ ਹੋਇਆ ਜੀ, ਕੱਪੜਾ ਜਿਹੜਾ ਮੈਲਾ ਸੀ ਉਹ ਸਾਫ਼ ਹੋ ਗਿਆ। ਇਸ ਤਰ੍ਹਾਂ ਹੀ ਜਿਹੜਾ ਮਨ ਮੈਲਾ ਹੈ, ਅਗਰ ਸਮਰਥ ਗੁਰੂ ਦੇ ਹੱਥੇ ਆ ਗਿਆ, ਗੁਰੂ ਨੂੰ ਬਾਂਹ ਫੜਾ, ਸੰਤ ਨੂੰ ਬਾਂਹ ਫੜਾ, ਫੜਾਉਣੀ ਬੜੀ ਔਖੀ ਹੈ। ਬਾਂਹ ਹੀ ਫੜਾਉਣੀ ਹੈ, ਕੱਟ ਕੇ ਥੋੜ੍ਹਾ ਦੇਣੀ। ਬਾਂਹ ਫੜਾ, ਸਤਿਗੁਰੂ ਫੜ ਲਈ ਬਾਂਹ, ਹੁਣ ਡਰ ਕਰਦਾ। ਜਿਹੜੇ ਸਤਿਗੁਰੂ ਨੇ ਬਾਂਹ ਫੜ ਲਈ ਸਾਡੀ, ਇਹ ਡਰ ਹੋ ਸੁੱਖ ਔਰ ਦੁੱਖ ਤੇ ਜਿੱਦਾਂ ਗੱਡੀ ਦੇ ਪਹੀਏ ਹੁੰਦੇ ਨੇ, ਇੱਦਾਂ ਹੀ ਸੁੱਖ ਔਰ ਦੁੱਖ ਜੀਵਨ ਦਾ ਆਧਾਰ। ਕਿਆ ਕੋਈ ਇਨਸਾਨ ਦੱਸ ਦੋ ਜਿਹੜਾ ਅੱਜ ਤੱਕ ਇਹ ਕਹੇ ਉੱਠ ਕੇ ਸਣੇ ਰਾਮ ਕ੍ਰਿਸ਼ਨ ਕਿ ਮੈਂ ਸਾਰੀ ਜ਼ਿੰਦਗੀ ਸੁੱਖ ਦੇ ਭੋਗਿਆ? ਕਿਆ ਕੋਈ ਇਹ ਕਹਿ ਦੇਵੇ ਕਿ ਮੈਂ ਸਾਰੀ ਜ਼ਿੰਦਗੀ ਦੁੱਖ ਹੀ ਭੋਗਿਆ? ਨਹੀਂ, ਸੁੱਖ ਵੀ ਆਏ ਵਿੱਚ, ਦੁੱਖ ਵੀ ਆਏ। ਤੇ ਕਈਆਂ ਨੇ ਤੇ ਮਹਾਂਪੁਰਸ਼ਾਂ ਨੇ ਜਾਂ ਅਵਤਾਰਾਂ ਨੇ ਸੁੱਖ ਦੁੱਖ ਸਮ ਕਰ ਦਿੱਤਾ ਇੱਕੋ ਜਿੰਨਾ। ਸਵੇਰੇ ਜਿਹਦਾ ਸਵੇਰੇ ਰਾਜ ਤਿਲਕ ਹੋਣਾ, ਬਨਵਾਸ ਦੀ ਆਗਿਆ ਹੋਗੀ, ਆਗਿਆ ਪਿਤਾ ਨੇ ਦਿੱਤੀ ਹੈ ਸਿਰ ਮੱਥੇ। ਮਾਤਾ ਪਿਤਾ ਦੀ ਆਗਿਆ ਜੋ ਪਹਿਲੇ ਪ੍ਰਾਣ ਵੀ ਦੇ ਦਿੰਦੇ ਸੀ। ਪਿਤਾ ਜੀ ਦੀ ਆਗਿਆ ਹੋ ਗਈ ਹੈ ਕਿ 14 ਵਰਸ ਦਾ ਬਨਵਾਸ ਹੈ ਤੇ ਸਹਿਜ ਹੀ ਸਾਰੇ ਰਾਜਸੀ ਵਸਤਰ ਉਤਾਰ ਦਿੱਤੇ, ਕੁੰਡਲ ਮੁਕਟ ਜੋ ਵੀ ਹੈਗਾ, ਮੁੰਦਰੀਆਂ ਸਭ ਉਤਾਰ ਕੇ ਰੱਖਤੀਆਂ ਤੇ ਇੱਕ ਤਪੱਸਿਆਧਾਰੀ ਦਾ ਰੂਪ ਬਣਾ ਲਿਆ। ਤੇ ਕਿਤੇ ਰਾਜਕੁਮਾਰ ਹੈ, ਸੁੱਖ ਭੋਗ ਰਿਹਾ, ਤੇ ਸਵੇਰੇ ਹੀ ਦੇਸ਼ ਨਿਕਾਲਾ ਹੋ ਗਿਆ ਕਿ ਬਈ ਹੁਣ ਨਿਕਲੋ ਤੇ 14 ਸਾਲ ਬਨਵਾਸ ਤੁਹਾਨੂੰ ਮਿਲਦਾ ਔਰ ਇਹਨੂੰ ਪੂਰਾ ਕਰਕੇ ਆਓ।
ਉਹਨਾਂ ਨੇ ਸਮ ਹੀ ਮੰਨਿਆ। ਸੁਖ ਸੀ ਤਦ ਵੀ ਸਮ ਮੰਨਿਆ, ਦੁੱਖ ਹੈ ਤਦ ਵੀ ਸਮ ਹੀ ਮੰਨਿਆ। ਆਪਣਾ ਜੀਵਨ ਗੁਜ਼ਾਰਿਆ, ਦੁਖੀ ਵੀ ਹੋਏ, ਰੋਏ ਵੀ। ਦੇਖੋ ਕਿਹੋ ਜਿਹੀ ਵਿਡੰਬਨਾ ਹੈ ਕਿ ਜਿਹੜਾ ਰਾਮ ਪ੍ਰਭੂ ਨੂੰ ਤੁਸੀਂ ਕੀ ਕਹੋਗੇ? ਵਿਸ਼ਨੂੰ ਭਗਵਾਨ ਦਾ ਰੱਬ ਕਹੋਗੇ ਨਾ, ਰੱਬ ਹੀ ਕਹੋਗੇ ਨਾ। ਵਿਸ਼ਨੂੰ ਭਗਵਾਨ ਦਾ ਅਵਤਾਰ ਗੋਦੀ ਦੇ ਵਿੱਚ ਉਹਦੇ ਛੋਟਾ ਭਰਾ ਲక్ష్మణ ਮੁਰਸ਼ਿਦ ਪਿਆ, ਪੈਰ ਫੈਲਾਏ ਨੇ ਤੇ ਸਿਰ ਉਹਦਾ ਗੋਦੀ 'ਚ ਰੱਖਿਆ। ਰਾਮ ਪ੍ਰਭੂ ਰੋਂਦੇ ਪਏ। ਤੁਸੀਂ ਕਿਉਂ ਰੋ ਰਹੇ? ਤੁਸੀਂ ਤੇ ਰੱਬ ਹੈਗੇ, ਤੁਸੀਂ ਤੇ ਵਿਸ਼ਨੂੰ ਦਾ ਅਵਤਾਰ ਹੋ, ਤੁਸੀਂ ਤੇ ਉਸ ਟਾਈਮ ਦੀ ਦੁਨੀਆ ਨੂੰ ਤਾਰਨ ਆਏ, ਤੁਸੀਂ ਕਿਉਂ ਰੋ ਰਹੇ? ਉਹ ਜੇ ਤੁਸੀਂ ਰੱਬ ਹੈਗੇ ਹੋ ਤਾਂ ਉਹਦੇ ਸਿਰ ਤੇ ਹੱਥ ਫੇਰੋ, ਉੱਠ ਕੇ ਬਹਿ ਜਾਏਗਾ, ਉੱਠ ਕੇ ਬਹਿ ਜਾਏਗਾ। ਉਸ ਵੇਲੇ ਸਭ ਪਾਸੇ ਉਦਾਸੀ ਛਾਈ ਹੋਈ ਹੈ ਕਿ ਇਹ ਤੇ ਜਦੋਂ ਵੈਦ ਨੂੰ ਬੁਲਾਇਆ ਕਿ ਦੇਖੋ ਮਾਰਾ ਚੈੱਕ ਕਰੋ ਕਿ ਹੋ ਸਕਦਾ ਕਿ ਉਹ ਸਭ ਕੁਝ ਵੇਖ ਕੇ ਉਹਨਾਂ ਨੇ ਕਿਹਾ ਵੀ ਸੰਜੀਵਨੀ ਬੂਟੀ ਲਿਆਣੀ ਪਏਗੀ। ਤੁਹਾਡੇ ਤੋਂ ਵੱਡੀ ਕਿਹੜੀ ਸੰਜੀਵਨੀ ਬੂਟੀ ਹੈ? ਤੁਹਾਡੀ ਗੋਦ 'ਚ ਤੁਹਾਡਾ ਭਰਾ ਪਿਆ, ਸਿਰ ਤੇ ਹੱਥ ਫੇਰੋ ਤਾਂ ਉੱਠ ਕੇ ਖੜਾ ਹੋ ਗਿਆ। ਮਗਰ ਦੁਨੀਆ ਨੂੰ ਦਿਖਾਣ ਦੇ ਔਰ ਮਰਿਆਦਾ ਪੁਰਸ਼ੋਤਮ ਰੱਬ ਨੇ ਦੁੱਖ ਭੋਗੇ ਮਗਰ ਸਹਿਜ ਆਪਣੇ ਜੀਵਨ ਦਾ ਹਿੱਸਾ ਸਮਝ ਕਰ ਭੋਗੇ। ਉਸ ਵੇਲੇ ਮਹਾਵੀਰ ਜੀ ਆ ਗਏ ਤੇ ਦਾਤਾ ਹੁਕਮ ਦਿਓ ਪ੍ਰਭੂ ਮੇਰੇ ਲਈ ਕੋਈ ਸੇਵਾ। ਹਨੂੰਮਾਨ ਜੀ ਇਹ ਸੇਵਾ ਤਾਂ ਤੁਸੀਂ ਉਹ ਕਰ ਸਕਦੇ ਹੋ, ਜਾਓ ਉੱਥੇ ਸੰਜੀਵਨੀ ਬੂਟੀ ਲਿਆਓ। ਸ਼ਾਇਦ ਆਪਣੇ ਦਾਸ ਦੀ ਦੁਨੀਆ ਨੂੰ ਦਿਖਾਣਾ ਹੋਏਗਾ ਕਿ ਮੇਰਾ ਦਾਸ ਕੀ ਸ਼ਕਤੀ, ਮੇਰਾ ਦਾਸ ਕੀ ਸ਼ਕਤੀ ਰੱਖਦਾ। ਜੈ ਸ਼੍ਰੀ ਰਾਮ ਕਰਕੇ ਕਿ ਸਵੇਰ ਤੋਂ ਪਹਿਲੇ ਮੈਂ ਤੁਹਾਡੇ ਕੋਲ ਆਇਆ ਪਹੁੰਚਿਆ ਤੇ ਜੈ ਸ਼੍ਰੀ ਰਾਮ ਕਰਕੇ ਉੜ ਗਏ। ਜਦੋਂ ਉੜ ਗਏ ਤੇ ਦੁਸ਼ਮਣ ਪਾਰਟੀ ਨੂੰ ਪਤਾ ਲੱਗ ਗਿਆ ਕਿ ਸੰਜੀਵਨੀ ਬੂਟੀ ਨਿਸ਼ਾਨੀ ਪੁੱਛ ਲਈ ਸੀ ਉਹਨਾਂ ਨੇ, ਉਹਦੀ ਨਿਸ਼ਾਨੀ ਕੀ? ਉਹ ਸੰਜੀਵਨੀ ਬੂਟੀ ਹੈਗੀ ਹੈ ਪਹਾੜ ਦੇ ਉੱਤੇ, ਉਹਦੀ ਨਿਸ਼ਾਨੀ ਦੱਸ ਦਿਓ ਨਾ, ਮੈਂ ਉਹਨੂੰ ਲੈ ਆਵਾਂਗਾ। ਕਹਿੰਦੇ ਉਹ ਨਾ ਜਗਦੀ ਰਹਿੰਦੀ ਹੈ, ਪੁੱਛਦੇ ਨਹੀਂ, ਉਹ ਜਗਦੀ ਰਹਿੰਦੀ ਹੈ। ਠੀਕ ਹੈ ਜੀ, ਜੈ ਸ਼੍ਰੀ ਰਾਮ। ਉੱਥੇ ਜਦੋਂ ਪਹੁੰਚੇ ਤਾਂ ਦੁਸ਼ਮਣਾਂ ਨੂੰ ਪਤਾ ਲੱਗ ਗਿਆ, ਉਹ ਜਿੰਨੀਆਂ ਬੂਟੀਆਂ ਸੀ ਸਭ ਨੂੰ ਉਹਨਾਂ ਨੇ ਅੱਗ ਲਾ, ਉਹ ਸਾਰੀਆਂ ਹੀ ਜਲਦੀਆਂ ਹੋਈਆਂ। ਇੱਕ ਪਾਸੇ ਦੇਖਣ ਜਗਦੀ, ਯਾਨੀ ਹਰ ਜਗ੍ਹਾ ਤੇ ਜਿੱਥੇ ਵੀ ਦ੍ਰਿਸ਼ਟੀ ਘੁਮਾਉਂਦੇ ਨੇ ਤੇ ਉਹ ਜਗਦੀਆਂ ਪਈਆਂ ਬੂਟੀਆਂ। ਨਹੀਂ ਇਹਨਾਂ 'ਚ ਸੰਜੀਵਨੀ ਜਿਹੜੀ ਹੁਣ ਕੀ ਕਰਾਂ, ਕਰਨਾ ਕੀ ਹੈ? ਲੇਟ ਹੋ ਗਿਆ ਭਾਈ ਭਈਆ ਲక్ష్మణ ਗਏ ਤੇ ਮੇਰੇ ਪ੍ਰਭੂ ਤੇ ਕੋਈ ਕਸ਼ਟ ਆ ਜੇ ਸਿੱਧਾ ਪਹਾੜ ਹੀ ਚੁੱਕ ਲਿਆ ਹੈ ਨਾ, ਅਸੀਂ ਪਲੇਟ ਨਹੀਂ ਚੁੱਕ ਸਕਦੇ, ਉਹਨੇ ਸਿੱਧਾ ਪਹਾੜ। ਜੈ ਸ਼੍ਰੀ ਰਾਮ, ਚਲੋ ਬਈ ਲੈ ਕੇ ਦਿਓ, ਐਨ ਟਾਈਮ ਪਹੁੰਚ ਗਿਆ ਵੀ ਜਿਹੜੀ ਹੈਗੀ ਹੈ ਲੱਭ ਲਓ। ਤਾਂ ਮੇਰਾ ਤਾਂ ਇੱਕ ਨੇਚਰ ਹੈਗਾ ਕਹਿੰਦੇ ਨਾ, ਇਹਨੇ ਕੱਢੀ ਸੰਜੀਵਨੀ ਬੂਟੀ ਤੇ ਉਹਨੂੰ ਸੰਘਾਈ। ਇਹ ਸੰਜੀਵਨੀ ਬੂਟੀ ਬਣੀ ਕਾਹਦੀ ਸੀ? ਸੰਜੀਵਨੀ ਬੂਟੀ ਬਣੀ ਕਾਹਦੀ ਸੀ? ਉਹੀ ਬੇਰ ਸੀ, ਉਹੀ ਉਹ ਬੇਰ ਸੀ। ਬੇਰ ਚੈੱਕ ਕਰਦੀ ਹੈ, ਨਹੀਂ ਪ੍ਰਭੂ ਰੁਕ ਜਾਓ, ਮੈਂ ਪਹਿਲਾਂ ਖਾ ਕੇ ਦੇਖਾਂ ਮਿੱਠਾ ਵੀ ਹੈਗਾ ਕਿ ਨਹੀਂ। ਖੱਟਾ ਤੇ ਕੌੜਾ ਨਹੀਂ ਜਾਣਾ ਤੁਹਾਨੂੰ, ਭਾਵ ਦੇਖੋ, ਸ਼ਬਰੀ ਦਾ ਭਾਵ ਦੇਖੋ। ਇਹ ਬਤਾ ਗਿਆ ਥੋੜਾ ਜਿਹਾ ਸਵਾਦ, ਪ੍ਰਭੂ ਇਹ ਬਹੁਤ ਸਹੀ ਹੈਗਾ, ਇਹ ਲੋ ਬੜੋ ਲਿਆਓ ਮਾਤਾ ਜੀ। ਹੈ ਉਹ ਕਾਫੀ ਸਾਰੇ ਨੇ ਲੋਕ ਖਾਈ ਜਾਂਦੇ ਨੇ, ਸਵਾਦ ਲੈ ਬਹੁਤ ਸਾਰੇ ਸਵਾਦ। ਭਈਆ ਆਪ ਵੀ ਖਾਓ ਨਾ, ਕਦੇ ਹਾਂਜੀ 5-7 ਚੁੱਕ ਲੈ। ਇਹ ਸਾਡੀ ਬਾਰ ਦੀ ਬੇਨਤੀ, ਅਸੀਂ ਇਨਸਾਨ ਨੂੰ ਇੱਕ ਕਰਕੇ ਨਹੀਂ ਵੇਖ ਸਕਦੇ, ਉਹ ਭਗਵਾਨ ਨੇ ਉਹ ਸਭ ਨੂੰ ਇੱਕ ਕਰਕੇ ਵੇਖ। ਸ਼ਬਰੀ ਦੇ ਝੂਠੇ ਬੇਰ ਖਾ ਰਹੇ, ਪਤਾ ਨਹੀਂ ਕਿਤਨੀ ਵਾਰ ਅਸੀਂ ਇਹ ਸੁਣ ਚੁੱਕੇ ਹਾਂ, ਸੀਰੀਅਲ ਵੇਖ ਲਈਆਂ, ਫਿਲਮਾਂ ਵੇਖ ਲਈਆਂ, ਸ਼ਬਰੀ ਦੇ ਝੂਠੇ ਬੇਰ। ਉਹ ਇੱਕ ਤਾਂ ਪਤਾ ਨਹੀਂ ਕਿੱਦਾਂ ਲੰਘਾਇਆ ਵਾ ਉਹਨੇ, ਚੁੱਕ ਕੇ ਤਾਂ ਬਾਹਰ ਟਾਈਮ ਜਦੋਂ ਸੁੱਟਿਆ ਨਾ ਕੋਈ ਸੰਜੀਵਨੀ ਬੂਟੀ। राम प्रभु ने क्या लक्ष्मण भैया अच्छा नहीं किया, किसी श्रद्धालु के द्वारा दिया या चढ़ाया हुआ व्यर्थ नहीं है, इसकी सजा तो आपको जरूर मिलेगी। कोई संजीवनी बूटी बन के फिर आई, फिर सुंघाया तो फिर बड़ी अवतार हो के सुख और दुख ਨੂੰ ਸਮ ਕਰਕੇ ਜਾਣਿਆ। ਸਾਡੀ ਆਰਤੀ 'ਚ ਵੀ ਆਉਂਦਾ, ਗੁਰਾਂ ਜੀ ਨੇ ਸੁਖ ਦੁੱਖ ਇੱਕ ਸਮਾਨ, ਇੱਕੋ ਵਰਗਾ।
सुख च खुशी नहीं, दुख च गम। ऐसा एक भाव अपने शरीर का, अपने आत्मा का बना लिया। गुरु जी ने सुख दुख एक समाना, हर घट जिन्ने घट है सड़े हुए, हर घट आत्म को पहचान, आत्मा को पहचानते, शरीर को नहीं पहचानता। ਜਿਹੜਾ परमात्मा है वो साडा रंग नहीं है, सब तो सोहना रंग उसी है। परमात्मा साडी जात नहीं पुछदा, सब तो वड्डी जात ही परमात्मा दी। परमात्मा साडे कुल नहीं पुछदा, सब तो वड्डी कुल ही ओदी। परमात्मा साडी माया नहीं पुछदा, सब तो ज़्यादा माया धारी भी ओट है। परमात्मा की दे जे ਇਹ ਚੀਜ਼ਾਂ नहीं देखता, फिर देखता की है? परमात्मा साडा भाव है, साडा भाव नहीं कुछ हैगा। बार दिन ये आए, बार बार दिल ये गाए, बार बार दिन ये आए, बार बार दिल ये गाए। तुम जियो हजारों साल, ये मेरी है आरज़ू। हैप्पी बर्थडे टू यू, बर्थडे टू यू, बर्थडे टू यू, हैप्पी बर्थडे टू यू। बहुत बहुत बधाई मोनू भाजी, ਤੁਸੀਂ 50 ਸਾਲ ਦੇ ਹੋ ਗਏ। ਮੰਮੀ ਡੈਡੀ ਨੂੰ ਵੀ ਵਧਾਈ, ਮੰਮੀ ਡੈਡੀ ਨੂੰ ਵਧਾਈਆਂ, ਸਾਰਿਆਂ ਨੂੰ ਵਧਾਈਆਂ ਜੀ। ਪੜੋਸੀ ਨੂੰ ਵਧਾਈ। प्रिया भैन तेन बधाई। कादियाँ में बहुत ही सुंदर समय श्री गुरु महाराज जी की कृपा से बिताया गया। वहाँ पर गुरु बहनें और भी परिवार वहाँ पर श्री गुरु महाराज जी को नतमस्तक होने हुए और श्री गुरु महाराज जी के मुखारबिंद से पावन पवित्र सत्संग सुन के अपने जीवन को धन्य किया। महाराज जी ने भक्तों को और भक्तानी को समझाया कि हमारे जीवन का आधार क्या है, गुरु क्यों करने चाहिए, गुरुओं के पास क्यों जाना चाहिए, और इस आत्मा को जो इस धरा पे आई है कैसे उसका कल्याण करना है। ये जीवन की सच्चाइयाँ श्री गुरु महाराज जी ने सभी संगतों को बताई। सबने बहुत